अगम अगोचरा तेरा अंत न पाया। अगम तो की भाव है, गम भाव जाना ਜਾਂ ਪਹੁੰਚਣਾ ਅਪਰੋਚੇਬਲ। ਪਰ ਜਦ ਨਾਲ ਐੜਾ ਲੱਗ ਜਾਏ ਤਾਂ ਇਹ ਸ਼ਬਦ ਅਗਮ ਹੋ ਜਾਂਦਾ ਹੈ, ਜਿਸ ਦਾ ਭਾਵ ਹੈ ਅਨਅਪਰੋਚੇਬਲ, ਜਿਸ ਤੱਕ ਪਹੁੰਚਿਆ ਨਾ ਜਾ ਸਕੇ। ਗੁਰੂ ਪਿਆਰੋ, ਅਸੀਂ ਭਗਤ ਸਾਹਿਬਾਨ, ਗੁਰੂ ਸਾਹਿਬਾਨ ਦੇ ਜੀਵਨ ਪੜ੍ਹੇ ਹਨ। ਉਹਨਾਂ ਸਾਰੇ ਮਹਾਂਪੁਰਖਾਂ ਨੇ ਅਕਾਲ ਪੁਰਖ ਨਾਲ ਇੱਕ ਮਿਕਤਾ ਹਾਸਲ ਕੀਤੀ, ਉਸ ਦਾ ਰੂਪ ਹੋਏ। ਕਹਿਣ ਤੋਂ ਭਾਵ ਅਕਾਲ ਪੁਰਖ ਤੱਕ ਪਹੁੰਚੇ। ਫਿਰ ਗੁਰੂ ਸਾਹਿਬ ਇੱਥੇ ਕਿਉਂ ਕਹਿ ਰਹੇ ਹਨ ਕਿ ਅਕਾਲ ਪੁਰਖ ਅਗੰਮ ਹੈ, ਉਸ ਤੱਕ ਪਹੁੰਚਿਆ ਨਹੀਂ ਜਾ ਸਕਦਾ? ਇਸ ਦਾ ਜਵਾਬ ਲੈਣਾ ਹੈ ਤਾਂ ਸਾਨੂੰ ਇਸ ਸ਼ਬਦ ਤੋਂ ਅਗਲਾ ਸ਼ਬਦ ਵੀ ਸਮਝਣਾ ਪਵੇਗਾ, ਜੋ ਹੈ ਅਗੋਚਰ। ਅਗੋਚਰ ਦਾ ਭਾਵ ਹੈ ਜਿਸ ਤੱਕ ਸਾਡੀਆਂ ਇੰਦਰੀਆਂ ਨਾ ਪਹੁੰਚ ਸਕਣ। ਸੋ ਇੱਥੋਂ ਗੱਲ ਬਹੁਤ ਸਪਸ਼ਟ ਹੁੰਦੀ ਹੈ ਕਿ ਅਕਾਲ ਪੁਰਖ ਨੂੰ ਅਗੰਮ ਇਸ ਲਈ ਕਿਹਾ ਕਿਉਂਕਿ ਉਸ ਤੱਕ ਨਾ ਕੋਈ ਰਸਤਾ ਜਾਂਦਾ ਹੈ, ਨਾ ਅਸੀਂ ਸਰੀਰ ਕਰਕੇ ਉਸ ਤੱਕ ਪਹੁੰਚ ਸਕਦੇ ਹਾਂ, ਨਾ ਹੀ ਕਿਸੇ ਹੋਰ ਤਰੀਕੇ ਨਾਲ ਉਸ ਤੱਕ ਪਹੁੰਚਿਆ ਜਾ ਸਕਦਾ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਇਹਨਾਂ ਇੰਦਰੀਆਂ ਨਾਲ ਉਸ ਤੱਕ ਨਹੀਂ ਪਹੁੰਚਿਆ ਜਾ ਸਕਦਾ, ਇਹਨਾਂ ਹੱਥਾਂ ਨਾਲ ਉਸ ਨੂੰ ਛੂਹਿਆ ਨਹੀਂ ਜਾ ਸਕਦਾ, ਇਹਨਾਂ ਅੱਖਾਂ ਨਾਲ ਉਸ ਨੂੰ ਦੇਖਿਆ ਨਹੀਂ ਜਾ ਸਕਦਾ, ਇਹਨਾਂ ਪੈਰਾਂ ਨਾਲ ਉਸ ਤੱਕ ਜਾਇਆ ਨਹੀਂ ਜਾ ਸਕਦਾ। ਜੇ ਸਰੀਰ ਕਰਕੇ ਪੁੱਜ ਜਾਂਦੇ ਤਾਂ ਸਾਰੇ ਹੀ ਉਸ ਤੱਕ ਪੁੱਜੇ ਹੁੰਦੇ। ਸੋ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹੇ ਅਗੰਮ, ਹੇ ਅਗੋਚਰ। ਗੁਰੂ ਪਿਆਰੋ, ਤੁਕ ਪੂਰੀ ਕਰਨ ਤੋਂ ਪਹਿਲਾਂ ਇੱਕ ਹੋਰ ਸਵਾਲ ਆ ਜਾਂਦਾ ਹੈ ਕਿ ਅਗੰਮ ਜਾਂ ਅਗੋਚਰ ਕਿਹਾ ਕਿਸ ਨੂੰ ਹੈ? ਤਾਂ ਨਾਲ ਹੀ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਅਗੰਮ ਅਗੋਚਰਾ ਤੇਰਾ। ਜਦ ਤੇਰਾ ਸ਼ਬਦ ਆ ਜਾਏ ਤਾਂ ਪਤਾ ਲੱਗਦਾ ਹੈ ਕਿ ਇੱਥੇ ਅਕਾਲ ਪੁਰਖ ਵੱਲ ਇਸ਼ਾਰਾ ਹੈ, ਕਿ ਇੱਥੇ ਅਗੰਮ ਕਿਹਾ ਹੈ ਅਕਾਲ ਪੁਰਖ ਨੂੰ, ਜਿਸ ਤੱਕ ਪਹੁੰਚਿਆ ਨਹੀਂ ਜਾ ਸਕਦਾ। ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ। ਸੋ ਇੱਥੇ ਉਸ ਮਨ ਦੀ ਗੱਲ ਹੈ ਜਿਸ ਨੇ ਅਗੰਮ ਨੂੰ, ਅਗੋਚਰ ਨੂੰ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣੇ ਅੰਦਰ ਪਾ ਲਿਆ ਹੈ, ਸਮਝ ਲਿਆ ਹੈ, ਪਛਾਣ ਲਿਆ ਹੈ। ਉਹ ਹੁਣ ਦੇਖਦਾ ਹੈ ਕਿ ਮੈਂ ਤਾਂ ਕਿੰਨਾ ਨਾਦਾਨ ਸੀ, ਜੋ ਬਾਹਰੋਂ ਉਸ ਨੂੰ ਪਾਉਣਾ ਚਾਹੁੰਦਾ ਸੀ, ਪਰ ਉਸ ਨੂੰ ਤਾਂ ਅੰਦਰੋਂ ਹੀ ਪਾਇਆ ਜਾ ਸਕਦਾ ਹੈ। ਸੋ ਜੋ ਅੰਦਰੋਂ ਖੋਜ ਲੈਂਦੇ ਹਨ, ਉਹ ਖੋਜ, ਉਹ ਜੋਤ, ਉਹ ਨਾਮ ਫਿਰ ਉਸ ਨੂੰ ਸਾਰੇ ਪਾਸੇ ਅਕਾਲ ਪੁਰਖ ਨੂੰ ਦੇਖਣ ਲਾ ਦਿੰਦਾ ਹੈ। ਅਤੇ ਉਹ ਇਹ ਵੀ ਨਾਲ ਜਾਣ ਲੈਂਦਾ ਹੈ ਕਿ ਅਕਾਲ ਪੁਰਖ ਨੂੰ ਤਾਂ ਕੀ, ਉਸ ਦੀ ਬਣਾਈ ਕੁਦਰਤ ਦੇ ਸਿਖਰ ਨੂੰ ਵੀ ਕੋਈ ਛੋ ਨਹੀਂ ਸਕਦਾ, ਕੋਈ ਉਸ ਦਾ ਅੰਤ ਨਹੀਂ ਪਾ ਸਕਦਾ, ਨਾ ਹੀ ਕੋਈ ਉਸ ਦੇ ਗੁਨਾਹ ਦਾ ਅੰਤ ਪਾ ਸਕਦਾ। ਗੁਰੂ ਪਿਆਰੋ, ਜੇ ਕੁਦਰਤ ਦੀ ਗੱਲ ਕਰੀਏ ਤਾਂ ਅਸੀਂ ਤਾਂ ਇੱਕ ਧਰਤੀ ਤੇ ਸੂਰਜ ਦੇਖਦੇ ਹਾਂ, ਪਰ ਐਸੇ ਅਸੰਖਾ ਹੀ ਹੋਰ ਸੂਰਜ ਤੇ ਧਰਤੀਆਂ ਹਨ ਜਿਸ ਬਾਰੇ ਸਿਰਫ ਤੇ ਸਿਰਫ ਉਹ ਆਪ ਸਿਰਜਣਹਾਰ ਜਾਣਦਾ ਹੈ। ਅਸੀਂ ਤਾਂ ਉਸ ਬਾਰੇ ਸਿਰਫ ਕਿਆਫੇ ਲਾ ਸਕਦੇ ਹਾਂ ਕਿ ਉਹ ਹਨ, ਪਰ ਉਹ ਹਨ ਕਿੱਥੇ? ਉਹ ਧਰਤੀਆਂ, ਉਹ ਸੂਰਜ ਕਿੱਥੇ ਹਨ? ਇਹ ਸਿਰਫ ਉਹ ਆਪ ਹੀ ਜਾਣਦਾ ਹੈ, ਅਕਾਲ ਪੁਰਖ ਹੀ ਜਾਣਦਾ ਹੈ। ਇਸ ਦੇ ਨਾਲ ਹੀ ਜੇ ਇਸ ਕੁਦਰਤ ਅੰਦਰ ਬ੍ਰਹਿਮੰਡ ਦੀ ਗੱਲ ਕਰੀਏ, ਜੇ ਇੱਕ ਬ੍ਰਹਿਮੰਡ ਖੋਜੀਏ ਤਾਂ ਅੱਗੇ ਹੋਰ ਬ੍ਰਹਿਮੰਡ ਨਜ਼ਰੀ ਪੈਂਦੇ ਹਨ। ਗੁਰੂ ਸਾਹਿਬ ਤਾਂ ਫਰਮਾਉਂਦੇ ਹਨ ਕਿ ਇਸ ਬ੍ਰਹਿਮੰਡ ਜਿਹੇ ਕਰੋੜਾਂ ਹੋਰ ਬ੍ਰਹਿਮੰਡ ਹਨ, ਅਤੇ ਉਹ ਇੰਨੇ ਦੂਰ ਹਨ ਜਿੱਥੇ ਕਰੋੜਾਂ ਸਾਲ ਲਾ ਕੇ ਵੀ ਨਹੀਂ ਪਹੁੰਚਿਆ ਜਾ ਸਕਦਾ। ਉੱਥੇ ਕੀ ਹੈ ਕੋਈ ਨਹੀਂ ਜਾਣਦਾ, ਕਿਵੇਂ ਦਾ ਜੀਵਨ ਹੈ ਕੋਈ ਨਹੀਂ ਜਾਣਦਾ, ਸਿਰਫ ਅਕਾਲ ਪੁਰਖ ਹੀ ਜਾਣਦੇ ਹਨ। ਸੋ ਐਸੇ ਜਗਤ ਦੇ ਮਾਲਕ ਜਿਸ ਦੀ ਬਣਾਈ ਕੁਦਰਤ ਦਾ ਅਸੀਂ ਅੰਤ ਨਹੀਂ ਜਾਣ ਸਕਦੇ, ਸੋਚੋ ਉਹ ਆਪ ਕਿੰਨਾ ਮਹਾਨ ਹੋਏਗਾ, ਕਿੰਨਾ ਵੱਡਾ ਹੋਏਗਾ। ਗੁਰੂ ਸਾਹਿਬ ਇਸ ਤੋਂ ਕਰੇ ਫਰਮਾਉਂਦੇ ਹਨ ਕਿ ਹੇ ਸਿਰਜਣਹਾਰ, ਹੇ ਦਾਤਾਰ ਜੀਓ, ਤੁਸੀਂ ਅਗੰਮ ਹੋ। ਹੇ ਅਪਹੁੰਚ ਨਿਰੰਕਾਰ, ਹੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਪ੍ਰਭੂ, ਤੇਰੇ ਗੁਣਾਂ ਦਾ, ਤੇਰੇ ਜਗਤ ਦਾ, ਤੇਰੀ ਵਿਸ਼ਾਲਤਾ ਦਾ, ਤੇਰੇ ਨਾਮ ਦਾ ਕਿਸੇ ਨੇ ਅੰਤ ਨਹੀਂ ਲੱਭਾ। ਕੋਈ ਆਪ ਜੀ ਦੇ ਅੰਤ ਨੂੰ ਨਹੀਂ ਜਾਣਦਾ। ਗੁਰੂ ਪਿਆਰੋ, ਸਿਰਜਣਹਾਰ ਇੱਕ ਵੱਡੇ ਸਮੁੰਦਰ ਦੀ ਤਰ੍ਹਾਂ ਹੈ ਜਿਸ ਦਾ ਕੋਈ ਕਿਨਾਰਾ ਨਹੀਂ, ਅਤੇ ਅਸੀਂ ਇਸ ਅੰਦਰ ਇੱਕ ਨਿੱਕੇ ਜਿਹੇ ਤੁਪਕੇ ਹਾਂ। ਅਸੀਂ ਇਸ ਸਮੁੰਦਰ ਅੰਦਰ ਸਮਾ ਤਾਂ ਸਕਦੇ ਹਾਂ, ਪਰ ਜਿਸ ਅੰਦਰ ਸਮਾਏ ਹਾਂ ਉਹਦਾ ਅੰਤ ਨਹੀਂ ਪਾ ਸਕਦੇ। ਇਹ ਨਹੀਂ ਜਾਣ ਸਕਦੇ ਕਿ ਇਹ ਕਿੰਨਾ ਵੱਡਾ ਹੈ, ਕਿੱਥੇ ਕਿੱਥੇ ਫੈਲਿਆ ਹੈ। ਸੋ ਗੁਰੂ ਸਾਹਿਬ ਅਗਲੀ ਤੁਕ ਅੰਦਰ ਵੀ ਇਹੀ ਫਰਮਾਨ ਦੇ ਰਹੇ ਹਨ ਕਿ ਅੰਤੋ ਨਾ ਪਾਇਆ ਕਹਿਣਾ ਤੇਰਾ, ਆਪਣਾ ਆਪ ਤੋਂ ਜਾਣ ਹੀ। ਅੰਤੋ ਦਾ ਭਾਵ ਹੀ ਅੰਤ ਹੀ ਹੈ। ਗੁਰੂ ਪਿਆਰੋ, ਸਾਡੀ ਇੱਕ ਹੱਦ ਹੈ, ਅਸੀਂ ਇੱਕ ਹੱਦ ਤੱਕ ਦੇਖ ਸਕਦੇ ਹਾਂ, ਸੁਣ ਸਕਦੇ ਹਾਂ, ਕਿਤੇ ਜਾ ਸਕਦੇ ਹਾਂ, ਪਰ ਅਕਾਲ ਪੁਰਖ ਉਹ ਕਿਸੇ ਹੱਦ ਬੰਨੇ ਅੰਦਰ ਕੈਦ ਨੇ। ਉਹ ਤਾਂ ਉੱਥੇ ਵੀ ਹੈ ਜਿੱਥੇ ਅਸੀਂ ਨਾ ਜਾ ਸਕਦੇ ਹਾਂ, ਨਾ ਪਹੁੰਚ ਸਕਦੇ ਹਾਂ,
ਅਤੇ ਅਕਾਲ ਪੁਰਖ ਉੱਥੇ ਵੀ ਹੈ ਜਿੱਥੇ ਅਜੇ ਸਾਡੀ ਸੋਚ ਨਹੀਂ ਪਹੁੰਚੀ। ਇਸ ਦੇ ਨਾਲ ਹੀ ਗੁਰੂ ਪਿਆਰੋ, ਅਸੀਂ ਜੀਵ ਜਾਂ ਇਹ ਜਗਤ ਤਾਂ ਕਾਲ ਦੇ ਅੰਦਰ ਹੈ, ਇਸ ਨੇ ਇੱਕ ਦਿਨ ਮਿਟ ਜਾਣਾ ਹੈ, ਪਰ ਉਹ ਅਕਾਲ ਹੈ। ਅਸੀਂ ਜਨਮ ਮਰਨ 'ਚ ਹਾਂ, ਪਰ ਉਹ ਅਜੂਨੀ ਹੈ। ਅਸੀਂ ਕਿਸੇ ਦੇ ਜਾਏ ਹਾਂ, ਪਰ ਉਹ ਸਹਿਬੰਗ ਹੈ। ਸੋ ਇੱਥੇ ਜੋ ਸਵਾਲ ਪੈਦਾ ਹੁੰਦਾ ਹੈ ਉਹ ਇਹ ਕਿ ਕੀ ਐਸੇ ਮਹਾਨ, ਵੱਡੇ, ਬੇਅੰਤ, ਅਕਾਲ, ਅਗੰਮ, ਅਜੂਨੀ, ਅਪਹੁੰਚ ਨਿਰੰਕਾਰ ਦਾ ਕੀ ਕੋਈ ਅੰਤ ਪਾ ਸਕਦਾ ਹੈ? ਕੀ ਕੋਈ ਉਸਦੀ ਵਡਿਆਈ ਦਾ, ਗੁਣਾਂ ਦਾ, ਦਾਤਾਂ ਦਾ, ਜਗਤ ਦਾ ਵਿਸਤਾਰ ਆਦਿ ਦਾ ਅੰਤ ਪਾ ਸਕਦਾ ਹੈ? ਤਾਂ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹਾਂ, ਪਾ ਸਕਦਾ ਹੈ। ਕੌਣ ਪਾ ਸਕਦਾ ਹੈ? ਗੁਰੂ ਸਾਹਿਬ ਫਰਮਾਉਂਦੇ ਹਨ ਕਿ ਉਸ ਦਾ ਅੰਤ ਕੋਈ ਹੋਰ ਨਹੀਂ, ਸਿਰਫ ਤੇ ਸਿਰਫ ਅਕਾਲ ਪੁਰਖ ਆਪ ਹੀ ਆਪਣਾ ਅੰਤ ਜਾਣਦਾ ਹੈ। ਉਹ ਆਪ ਹੀ ਆਪਣਾ ਅੰਤ ਪਾ ਸਕਦਾ ਹੈ। ਉਹ ਆਪ ਹੀ ਜਾਣਦਾ ਹੈ ਕਿ ਉਹ ਕਿੰਨਾ ਮਹਾਨ ਹੈ, ਵੱਡਾ ਹੈ। ਉਹ ਆਪ ਹੀ ਜਾਣਦਾ ਹੈ ਕਿ ਉਹ ਕਿੱਥੇ ਕਿੱਥੇ ਫੈਲਿਆ ਹੋਇਆ ਹੈ। ਉਹ ਆਪ ਹੀ ਜਾਣਦਾ ਹੈ ਕਿ ਉਸਨੇ ਕੀ ਕਰਨਾ ਹੈ। ਉਸ ਤੋਂ ਸਿਵਾ ਦੂਜਾ ਹੋਰ ਕੋਈ ਨਹੀਂ ਜੋ ਉਸ ਦੇ ਅੰਤ ਨੂੰ, ਉਸ ਦੇ ਕੀਤੇ ਨੂੰ ਜਾਣ ਸਕੇ। ਤਾਂ ਗੁਰੂ ਸਾਹਿਬ ਇਸ ਤੋਂ ਅੰਦਰ ਬੜਾ ਹੀ ਪਿਆਰਾ ਫਰਮਾਨ ਦਿੰਦੇ ਹਨ ਕਿ ਅੰਤੋਂ ਨਾ ਪਾਇਆ, ਭਾਵ ਕਿਸੇ ਨੇ ਵੀ ਤੇਰਾ ਅੰਤ ਨਹੀਂ ਪਾਇਆ। ਆਪਣੇ ਆਪ ਬਾਰੇ, ਅੰਤ ਬਾਰੇ ਹੀ ਅਕਾਲ ਪੁਰਖ ਜੀਓ ਤੁਸੀਂ ਆਪ ਹੀ ਜਾਣਦੇ ਹੋ, ਹੋਰ ਕੋਈ ਨਹੀਂ ਜਾਣਦਾ। ਸੋ ਗੁਰੂ ਪਿਆਰੋ, ਇੱਥੇ ਇੱਕ ਸਲਾਹ ਕਿ ਜੋ ਖੋਜ ਕਰਨ ਵਾਲੇ ਹੁੰਦੇ ਹਨ ਉਹਨਾਂ ਲਈ ਇਸ ਤੋਂ ਵਧੀਆ ਖੋਜ ਹੋਰ ਕੀ ਹੋ ਸਕਦੀ ਹੈ ਕਿ ਉਸ ਦੀ ਖੋਜ ਕੀਤੀ ਜਾਏ, ਉਸ ਨੂੰ ਭਾਲਿਆ ਜਾਏ ਜੋ ਕਦੇ ਨਾ ਖਤਮ ਹੋਣ ਵਾਲਾ ਹੈ, ਜਿਸ ਦਾ ਕੋਈ ਅੰਤ ਨਹੀਂ। ਪਰ ਹਾਂ, ਖੋਜ ਜਦ ਕਰਨੀ ਹੈ ਤਾਂ ਖੁਦ ਤੋਂ ਸ਼ੁਰੂ ਕਰਨੀ ਪੈਂਦੀ ਹੈ, ਤਾਂ ਜੋ ਪਤਾ ਲੱਗ ਸਕੇ ਕਿ ਖੋਜਣਾ ਕੀ ਹੈ। ਜੇ ਖੋਜ ਦੀ ਸ਼ੁਰੂਆਤ ਬਾਹਰੋਂ ਕਰੀਏ ਤਾਂ ਉਸ ਬਾਰੇ ਬਿਲਕੁਲ ਵੀ ਜਾਣਿਆ ਨਹੀਂ ਜਾ ਸਕੇਗਾ। ਜਿਵੇਂ ਕਿ ਗੁਰੂ ਸਾਹਿਬ ਨੇ ਫਰਮਾਇਆ ਕਿ ਅਕਾਲ ਪੁਰਖ ਅਗੋਚਰ ਹੈ, ਉਹ ਬਾਹਰੋਂ ਕਿਸੇ ਤਰੀਕੇ ਨਾਲ ਜਾਂ ਇੰਦਰੀਆਂ ਨਾਲ ਨਹੀਂ ਮਿਲਦਾ। ਸੋ ਜੇ ਖੋਜੀ ਹਾਂ ਤਾਂ ਆਪਣੇ ਤੋਂ ਸ਼ੁਰੂਆਤ ਕਰੀਏ। ਜਦ ਖੋਜਾਂਗੇ ਤਾਂ ਸਾਨੂੰ ਬਹੁਤ ਕੁਝ ਮਿਲੇਗਾ। ਜਿਵੇਂ ਕਿ ਗੁਰੂ ਸਾਹਿਬ ਅਗਲੀ ਤੁਕ ਅੰਦਰ ਫਰਮਾਉਂਦੇ ਹਨ ਕਿ ਜੀ ਜੰਤ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣੇ। ਵਖਾਣੇ ਤੋਂ ਭਾਵ ਹੈ ਬਿਆਨ ਕਰੇ ਜਾਂ ਵਖਾਣੇ। ਸੋ ਗੁਰੂ ਪਿਆਰੋ, ਜਿਸ ਨੂੰ ਖੋਜ ਪਸੰਦ ਹੈ ਉਹ ਆਪਣੀ ਖੋਜ ਨੂੰ ਹਰ ਤਰ੍ਹਾਂ ਦੀ ਖੋਜ ਕਰ ਕਰਕੇ, ਪੜਤਾਲ ਕਰ ਕਰਕੇ ਦੇਖਦਾ ਹੈ, ਪਰਖਦਾ ਹੈ। ਇੰਝ ਹੀ ਜੋ ਰੱਬ ਦਾ ਪਿਆਰਾ ਹੈ, ਜੋ ਗੁਰਮੁਖ ਹੈ, ਉਹ ਵੀ ਉਸ ਮਾਲਕ ਦੀਆਂ ਬਣਾਈਆਂ ਵਸਤਾਂ ਨੂੰ, ਜਗਤ ਨੂੰ, ਜੀਵਾਂ ਨੂੰ, ਆਪਣੇ ਆਪ ਨੂੰ ਦੇਖ ਦੇਖ ਕੇ ਬੜਾ ਹੈਰਾਨ ਹੁੰਦਾ ਹੈ, ਖੋਜ ਕੇ ਬੜਾ ਹੈਰਾਨ ਹੁੰਦਾ। ਗੁਰੂ ਪਿਆਰੋ, ਸਭ ਤੋਂ ਵੱਡੀ ਖੋਜ ਹੀ ਇਹ ਹੈ ਕਿ ਖੁਦ ਨੂੰ ਖੋਜਿਆ ਜਾਏ। ਖੁਦ ਅੰਦਰ ਹੀ ਸਭ ਵਤ ਹਨ, ਸੌਦੇ ਹਨ, ਭੰਡਾਰ ਹਨ। ਜੋ ਖੁਦ ਨੂੰ ਖੋਜਦਾ ਹੈ ਉਹ ਖੁਦਾ ਨੂੰ ਖੋਜ ਲੈਂਦਾ ਹੈ, ਅਤੇ ਜਿਸ ਨੇ ਆਪਣੇ ਆਪ ਨੂੰ ਪਛਾਣ ਲਿਆ ਉਹ ਉਸ ਨੂੰ ਵੀ ਪਛਾਣ ਲੈਂਦਾ ਹੈ, ਅਤੇ ਮਾਲਕ ਦੀ ਬਣਾਈ ਕੁਦਰਤ ਨੂੰ। ਉਹੀ ਇਨਸਾਨ ਦੇਖ ਕੇ ਅਚਰਜ 'ਚ ਆਉਂਦਾ ਹੈ ਜੋ ਆਪਣੇ ਅੰਦਰ ਨੂੰ, ਅਕਾਲ ਪੁਰਖ ਨੂੰ, ਉਸ ਦੀ ਜੋਤ ਨੂੰ ਪਛਾਣ ਲੈਂਦਾ ਹੈ। ਅਤੇ ਫਿਰ ਉਹ ਅਚਰਜ 'ਚ ਆਉਂਦਾ ਹੈ ਕਿ ਕਿਵੇਂ ਇਸ ਧਰਤੀ ਨੂੰ ਉਸਨੇ ਸਾਜਿਆ, ਕਿਵੇਂ ਇਸ 'ਤੇ ਲੱਖਾਂ ਹੀ ਤਰ੍ਹਾਂ ਦੇ ਜੀਵ ਬਣਾਏ, ਕਿਵੇਂ ਕਿੰਨੇ ਹੀ ਤਰ੍ਹਾਂ ਦਾ ਜੀਵਨ ਪੈਦਾ ਕੀਤਾ, ਕਿਵੇਂ ਵੱਖੋ ਵੱਖ ਰੰਗ, ਨਸਲ ਆਦਿ ਪੈਦਾ ਕੀਤੇ। ਗੁਰਮੁਖ ਇਸ ਖੇਡ ਨੂੰ ਦੇਖ ਦੇਖ ਕੇ ਹੈਰਾਨ ਹੁੰਦਾ ਹੈ, ਅਤੇ ਨਾਲ ਹੀ ਇਸ ਖੇਡ ਨੂੰ ਮਾਣਦਾ ਵੀ ਹੈ, ਆਨੰਦ ਵੀ ਲੈਂਦਾ ਹੈ, ਤੇ ਨਾਲ ਹੀ ਉਹ ਹੁਕਮ ਰਾਹੀਂ ਇਹ ਭੇਤ ਵੀ ਸਮਝਦਾ ਹੈ ਕਿ ਇਹ ਜਗਤ ਇੱਕ ਖੇਡ ਹੈ, ਅਤੇ ਅਸੀਂ ਇਸ ਖੇਡ ਦੇ ਇੱਕ ਨਿੱਕੇ ਜਿਹੇ ਖਿਡਾਰੀ, ਅਤੇ ਇਸ ਅੰਦਰ ਉਹੀ ਖਿਡਾਰੀ ਜਿੱਤਦਾ ਜੋ ਮਨ ਨੂੰ ਭਟਕਣ ਨਾ ਦੇਵੇ, ਜੋ ਨਾਮ ਨਾਲ ਜੁੜੇ ਰਹੇ। ਸੋ ਗੁਰੂ ਪਿਆਰਿਓ, ਨਿਰੰਕਾਰ ਦੀ ਰਚਾਈ ਖੇਡ ਨੂੰ ਅਸੀਂ ਮਾਣ ਤਾਂ ਸਕਦੇ ਹਾਂ, ਪਰ ਜਿਸ ਨੇ ਖੇਡ ਰਚੀ, ਜੋ ਕਰਤਾ ਹੈ, ਉਸ ਦੇ ਭੇਤ ਨੂੰ, ਉਸ ਦੇ ਅੰਤ ਨੂੰ ਨਹੀਂ ਜਾਣ ਸਕਦੇ। ਜਿਵੇਂ ਕਿ ਗੁਰੂ ਸਾਹਿਬ ਇਸ ਤੁਕ ਰਾਹੀਂ ਫਰਮਾਉਂਦੇ ਹਨ ਕਿ ਕੋਈ ਵੀ ਜੀਵ ਤੇਰੇ ਗੁਣਾਂ ਨੂੰ ਆਖ ਕੇ ਬਿਆਨ ਕਰੇ ਵੀ ਤਾਂ ਕਿਸ ਤਰ੍ਹਾਂ, ਇਹ ਸਾਰੇ ਜੀਵ ਤਾਂ ਤੁਹਾਡਾ ਹੀ ਰਚਿਆ ਹੋਇਆ ਇੱਕ ਖੇਡ ਹੈ। ਗੁਰੂ ਪਿਆਰੇ, ਜੋ ਰੱਬੀ ਹੁਕਮ ਨੂੰ ਸਮਝਦਾ ਹੈ ਉਹ ਇਸ ਖੇਡ ਨੂੰ ਜਿੱਤ ਕੇ ਜਾਂਦਾ ਹੈ, ਅਤੇ ਜੋ ਹੁਕਮ ਨੂੰ ਨਹੀਂ ਸਮਝਦਾ ਉਹ ਜ਼ਿੰਦਗੀ ਦੀ ਇਸ ਖੇਡ ਨੂੰ ਹਾਰ ਜਾਂਦਾ ਹੈ, ਜ਼ਿੰਦਗੀ ਨੂੰ ਦੁੱਖਾਂ 'ਚ ਪਾਈ ਰੱਖਦਾ ਹੈ। ਇਸ ਦੇ ਨਾਲ ਹੀ ਇੱਕ ਹੋਰ ਬੜੀ ਹੀ ਪਿਆਰੀ ਸਿੱਖਿਆ ਗੁਰੂ ਸਾਹਿਬ ਅਗਲੀ ਤੁਕ ਅੰਦਰ ਫਰਮਾਉਂਦੇ ਹਨ ਕਿ ਆਖੈ ਤੇ ਵੇਖੈ ਸਭ ਤੂੰ ਹੈ, ਜਿਨ ਜਗਤ ਉਪਾਇਆ। ਗੁਰੂ ਪਿਆਰੋ, ਇਹ ਜਗਤ ਦੀ ਖੇਡ ਜੋ ਮਾਲਕ ਨੇ ਬਣਾਈ ਹੈ, ਇਸ ਨੂੰ ਬਣਾ ਕੇ ਉਸਨੇ ਛੱਡ ਨਹੀਂ ਦਿੱਤਾ।
ਜਗਤ ਬਣਾ ਕੇ ਮਾਲਕ ਨੇ ਛੱਡਿਆ ਨਹੀਂ, ਬਲਕਿ ਜੋ ਵੀ ਬਣਾਇਆ ਉਸ ਨੂੰ ਅਕਾਲ ਪੁਰਖ ਦੇਖਦਾ ਵੀ ਹੈ, ਭਾਵ ਉਸ ਦੀ ਸੰਭਾਲ ਵੀ ਕਰਦਾ ਹੈ, ਉਸ ਨੂੰ ਚਲਾਉਂਦਾ ਵੀ ਹੈ, ਉਸ ਦੇ ਨਿਯਮ ਵੀ ਬਣਾਉਂਦਾ ਹੈ। ਸੋ ਯਾਦ ਰੱਖੀਏ, ਇੱਥੇ ਜੋ ਵੀ ਹੈ ਹੁਕਮ 'ਚ ਹੈ, ਅਕਾਲ ਪੁਰਖ ਦੇ ਹੁਕਮ 'ਚ ਹੈ, ਅਤੇ ਹਰੇਕ ਜੀਵ ਦੇ ਅੰਦਰ ਵੀ ਉਹ ਆਪ ਹੀ ਬੋਲਦਾ ਹੈ, ਜਿਸ ਨੂੰ ਅਸੀਂ ਜ਼ਮੀਰ ਦੀ ਆਵਾਜ਼ ਵੀ ਕਹਿੰਦੇ ਹਾਂ, ਜਿਸ ਨੂੰ ਧੁਰ ਦੀ ਆਵਾਜ਼ ਵੀ ਕਹਿੰਦੇ ਹਨ। ਉਹ ਆਵਾਜ਼ ਜੋ ਸਾਨੂੰ ਚੰਗੇ ਪਾਸੇ ਲੈ ਕੇ ਜਾਂਦੀ ਹੈ, ਉਹ ਬੋਲ ਜੋ ਸਾਡਾ ਮਨੋਰਥ ਸਾਨੂੰ ਸਮਝਾਉਂਦੇ ਹਨ, ਉਹ ਬੋਲ ਸਾਡੇ ਅੰਦਰ ਹਨ, ਧੁਰ ਅੰਦਰ ਹਨ, ਜਿਸ ਦੀ ਆਵਾਜ਼ ਪਹਿਲਾਂ ਹਰ ਇਨਸਾਨ ਸੁਣਦਾ। ਪਰ ਜਿਉਂ-ਜਿਉਂ ਮਾਇਆ 'ਚ ਮਨ ਖਚਤ ਹੁੰਦਾ ਹੈ, ਜਿਉਂ-ਜਿਉਂ ਮਨ 'ਤੇ ਮੈਲ ਦੀਆਂ ਪਰਤਾਂ ਚਾੜੀ ਜਾਂਦਾ ਹੈ, ਤਿਉਂ-ਤਿਉਂ ਉਹ ਅੰਦਰ ਦੀ ਆਵਾਜ਼ ਨੂੰ ਦਬਾ ਲੈਂਦਾ ਹੈ, ਅਤੇ ਫਿਰ ਜੋ ਆਵਾਜ਼ ਉਹ ਬਾਅਦ 'ਚ ਸੁਣਦਾ ਉਹ ਸਿਰਫ ਨਕਾਰਾਤਮਕ ਆਵਾਜ਼ ਹੁੰਦੀ ਹੈ, ਪਾਪਾਂ ਨਾਲ ਭਰੀ ਹੁੰਦੀ ਹੈ। ਪਰ ਗੁਰੂ ਪਿਆਰੇ, ਜੋ ਸਾਡੇ ਅੰਦਰ ਧੁਰ ਦੀ ਆਵਾਜ਼ ਹੈ, ਉਹ ਦੱਬਣ ਨਾਲ ਦੱਬੀ ਥੋੜ੍ਹੀ ਜਾਂਦੀ ਹੈ, ਉਹ ਉਵੇਂ ਹੀ ਬੋਲਦੀ ਰਹਿੰਦੀ ਹੈ ਜਿਵੇਂ ਪਹਿਲਾਂ। ਫਰਕ ਸਿਰਫ ਹੁਣ ਇਹ ਹੈ ਕਿ ਅਸੀਂ ਉਸ ਨੂੰ ਹੁਣ ਸੁਣਨਾ ਛੱਡ ਦਿੱਤਾ, ਜਿਸ ਕਾਰਨ ਸਾਡਾ ਧਿਆਨ ਸੱਚ ਨਾਲੋਂ ਟੁੱਟ ਕੇ ਮਾੜੇ ਪਾਸੇ, ਬੁਰਾਈ ਵਾਲੇ ਪਾਸੇ ਲੱਗ ਰਹਿੰਦਾ ਹੈ। ਪਹਿਲਾਂ ਤਾਂ ਮਾੜਾ ਕਰਮ ਕਰੀਏ ਤਾਂ ਅੰਦਰੋਂ ਆਵਾਜ਼ ਆ ਜਾਂਦੀ ਸੀ ਕਿ ਨਹੀਂ, ਇਹ ਕਰਮ ਨਹੀਂ ਕਰਨਾ, ਪਰ ਹੁਣ ਤਾਂ ਅਸੀਂ ਆਵਾਜ਼ ਹੀ ਉਸ ਦੀ ਸੁਣਦੇ ਹਾਂ ਜੋ ਸਾਨੂੰ ਪੁੱਠੇ ਪਾਸੇ ਲਾਵੇ। ਪਰ ਜੋ ਗੁਰੂ ਦੀ ਸ਼ਰਨ ਪੈਂਦਾ, ਉਹ ਰੱਬੀ ਬਾਣੀ ਨੂੰ ਸੁਣ ਕੇ ਮਨ ਦੀ ਜੰਮੀ ਮੈਲ ਲਈ ਜਾਂਦਾ ਹੈ, ਮਨ ਦੀਆਂ ਪਰਤਾਂ ਤੋਂ ਵਿਕਾਰਾਂ ਦੀ ਮੈਲ ਲਈ ਜਾਂਦਾ ਹੈ। ਜਿਉਂ-ਜਿਉਂ ਲਾਉਂਦਾ ਤਿਉਂ-ਤਿਉਂ ਮਨ ਹਲਕਾ ਹੋਈ ਜਾਂਦਾ ਹੈ, ਤਿਉਂ-ਤਿਉਂ ਮਨ ਦੇ ਦੁੱਖ ਦੂਰ ਹੋਈ ਜਾਂਦੇ ਨੇ, ਰੋਗ ਦੂਰ ਹੋਈ ਜਾਂਦੇ ਨੇ, ਤਿਉਂ-ਤਿਉਂ ਮਨ ਫਿਰ ਤੋਂ ਅੰਦਰ ਦੀ ਆਵਾਜ਼ ਨੂੰ ਸੁਣਨ ਵਾਲਾ ਹੋ ਜਾਂਦਾ। ਗੁਰੂ ਪਿਆਰੋ, ਅੰਦਰ ਦੇ ਬੋਲਾਂ ਨੂੰ ਸੁਣਨਾ ਇਹ ਵਿਸ਼ਾ ਬੜਾ ਹੀ ਪਿਆਰਾ ਹੈ ਤੇ ਵਿਸਥਾਰ ਮੰਗਦਾ ਹੈ। ਸੋ ਇੰਨਾ ਹੀ ਜਾਣੇ ਕਿ ਜੋ ਮਨ ਮਾਲਕ ਦੇ ਗੁਣਾਂ ਨੂੰ ਸਮਝਦਾ ਹੈ, ਜਿਉਂਦਾ ਹੈ, ਗੁਰਬਾਣੀ ਰਾਹੀਂ ਗੁਣ ਇਕੱਠੇ ਕਰਦਾ ਹੈ, ਉਹ ਸਮਝ ਜਾਂਦਾ ਹੈ ਕਿ ਅਕਾਲ ਪੁਰਖ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਅਕਾਲ ਪੁਰਖ ਜੋ ਹਰੇਕ ਅੰਦਰ ਬੋਲਦਾ ਹੈ, ਉਹ ਆਪਣੇ ਬਣਾਏ ਜਗਤ ਨੂੰ ਵੇਖਦਾ, ਭਾਵ ਸੰਭਾਲਦਾ ਵੀ ਹੈ। ਜਿਵੇਂ ਕਿ ਗੁਰੂ ਸਾਹਿਬ ਇਸ ਤੋਂ ਕਰੇ ਫਰਮਾਉਂਦੇ ਹਨ ਕਿ ਹਰੇਕ ਜੀਵ ਵਿੱਚ ਤੂੰ ਆਪ ਹੀ ਬੋਲਦਾ ਹੈ, ਹਰੇਕ ਜੀਵ ਦੀ ਤੂੰ ਆਪ ਹੀ ਸੰਭਾਲ ਕਰਦਾ ਹੈ, ਸਭ ਕੁਝ ਤੂੰ ਆਪ ਹੀ ਹੈ ਜਿਸ ਨੇ ਸਾਰਾ ਸੰਸਾਰ ਪੈਦਾ ਕੀਤਾ ਹੈ। ਸੋ ਇਸ ਤੋਂ ਬਾਅਦ ਗੁਰੂ ਸਾਹਿਬ ਆਨੰਦ ਸਾਹਿਬ ਦੀ 12ਵੀਂ ਪੌੜੀ ਦੀ ਅੰਤਲੀ ਤੁਕ ਅੰਦਰ ਫਰਮਾਉਂਦੇ ਹਨ ਕਿ ਕਹਿ ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ। ਇੱਥੇ ਇੱਕ ਸਵਾਲ ਵੀ ਪੈਦਾ ਹੁੰਦਾ ਹੈ ਕਿ ਜੇ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ਜਾ ਸਕਦਾ, ਫਿਰ ਅਕਾਲ ਪੁਰਖ ਨੂੰ ਖੋਜੀਏ ਕਿਉਂ? ਇਸ ਦਾ ਜਵਾਬ ਸਾਡੇ ਅੱਜ 'ਚ ਹੀ ਲੁਕਿਆ। ਜਿਵੇਂ ਬਹੁਤ ਸਾਰੇ ਵਿਗਿਆਨੀ ਬ੍ਰਹਿਮੰਡ ਦੀ ਖੋਜ ਕਰਦੇ ਹਨ, ਤਾਂ ਖੋਜ ਕਰਨ ਵਾਲੇ ਇਹ ਵੀ ਦੱਸਦੇ ਹਨ ਕਿ ਜਿਸ ਦੀ ਅਸੀਂ ਖੋਜ ਕਰ ਰਹੇ ਹਾਂ ਉਸ ਦਾ ਕੋਈ ਹੱਦ ਬੰਨ੍ਹਣ ਨਹੀਂ ਕਿ ਇਸ ਹੱਦ ਤੱਕ ਜਾਣਾ, ਬਲਕਿ ਇਹ ਬ੍ਰਹਿਮੰਡ ਜਿੰਨਾ ਵੀ ਅਸੀਂ ਦੇਖਦੇ ਪਏ ਹਾਂ, ਇਹ ਤਾਂ ਸਾਗਰ ਦੇ ਇੱਕ ਤੁਪਕੇ ਦੇ ਬਰਾਬਰ ਹੈ। ਇਸ ਤੋਂ ਇਲਾਵਾ ਇਸ ਬ੍ਰਹਿਮੰਡ ਵਰਗੇ ਕਰੋੜਾਂ ਬ੍ਰਹਿਮੰਡ ਹੋਰ ਹਨ, ਤਾਂ ਜੋ ਇੰਜ ਖੋਜਦੇ ਹਨ, ਤਾਂ ਕੀ ਫਿਰ ਐਸੇ ਵਿਗਿਆਨੀਆਂ ਨੂੰ ਖੋਜ ਬੰਦ ਕਰ ਦਿੱਤੀ? ਨਹੀਂ, ਖੋਜ ਜਾਰੀ ਰਹਿੰਦੀ ਹੈ, ਅਤੇ ਜਦ ਵੀ ਉਹ ਕੁਝ ਨਵੀਂ ਖੋਜ ਕਰਦੇ ਹਨ, ਉਹਨਾਂ ਨੂੰ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ। ਕੁਝ ਨਵੇਂ ਗ੍ਰਹਿ, ਕੁਝ ਨਵੀਆਂ ਪਰਤਾਂ, ਕੁਝ ਨਵੇਂ ਗੁਣ। ਇੰਜ ਹੀ ਜਦ ਅਸੀਂ ਅਕਾਲ ਪੁਰਖ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਇਹ ਗੱਲ ਪੱਕੀ ਹੈ ਕਿ ਅਕਾਲ ਪੁਰਖ ਨੂੰ ਤਾਂ ਪਾਇਆ ਜਾ ਸਕਦਾ ਹੈ, ਉਸ ਬਾਰੇ ਜਾਣਿਆ ਜਾ ਸਕਦਾ ਹੈ, ਥੋੜ੍ਹਾ ਬਹੁਤ ਪਛਾਣਿਆ ਜਾ ਸਕਦਾ, ਪਰ ਉਸ ਦਾ ਅੰਤ ਕਦੇ ਵੀ ਨਹੀਂ ਜਾਣਿਆ ਜਾ ਸਕਦਾ, ਕਿਉਂਕਿ ਉਹ ਉੱਥੇ ਵੀ ਹੈ ਜਿੱਥੇ ਅਜੇ ਸਾਡੀ ਸੋਚ ਨਹੀਂ ਗਈ, ਉਹ ਉੱਥੇ ਵੀ ਹੈ ਜਿੱਥੇ ਸਾਡੀ ਅੱਖ ਨਹੀਂ ਗਈ। ਉਸ ਦਾ ਅੰਤ ਜਾਣ ਪਾਉਣਾ ਬਹੁਤ ਔਖਾ ਹੈ, ਪਰ ਉਸ ਬਾਰੇ ਜਾਣਦੇ ਅਸੀਂ ਹੋਰ ਬਹੁਤ ਕੁਝ ਜਾਣ ਲੈਂਦੇ ਹਾਂ। ਜਿਵੇਂ ਇੱਕ ਬੱਚਾ ਸਮੁੰਦਰ ਕਿਨਾਰੇ ਬੈਠਾ ਰੋਂਦਾ ਹੈ, ਕੋਈ ਸਾਧੂ ਪੁੱਛਦਾ ਬੱਚਾ ਕੀ ਹੋਇਆ, ਤਾਂ ਉਹ ਕਹਿੰਦਾ ਕਿ ਮੈਂ ਸਮੁੰਦਰ ਨੂੰ ਇਸ ਸੁਰਾਹੀ ਅੰਦਰ ਪਾਉਣਾ, ਪਰ ਉਹ ਪੈਂਦਾ ਨਹੀਂ। ਇਹ ਗੱਲ ਸੁਣ ਕੇ ਸਾਧੂ ਰੋਣ ਲੱਗਦਾ ਹੈ, ਕਿਉਂਕਿ ਸਾਧੂ ਨੂੰ ਅੱਜ ਇਸ ਸਵਾਲ ਦਾ ਜਵਾਬ ਮਿਲਿਆ ਕਿ ਮੇਰੇ ਕੋਲ ਜੋ ਗਿਆਨ ਹੈ, ਜਾਂ ਮੈਂ ਜਿਸ ਨੂੰ ਕਹਿੰਦਾ ਹਾਂ ਕਿ ਖੋਜ ਲਿਆ, ਉਹ ਤਾਂ ਸਮੁੰਦਰ ਵਾਂਗ ਬੇਅੰਤ ਹੈ, ਅਤੇ ਮੈਂ ਇੱਕ ਨਿੱਕਾ ਜਿਹਾ ਭਾਂਡਾ ਜਿਸ ਅੰਦਰ ਪੂਰਾ ਸਮੁੰਦਰ ਕਦੇ ਵੀ ਨਹੀਂ ਆ ਸਕਦਾ। ਸੋ ਮੇਰਾ ਇਹ ਸੋਚਣਾ ਬਹੁਤ ਗਲਤ ਹੈ ਕਿ ਮੈਂ ਉਸ ਨੂੰ ਜਾਣ ਲਿਆ, ਅੰਤ ਪਾ ਲਿਆ। ਤਾਂ ਸਾਧੂ ਕਹਿੰਦਾ ਬੱਚਾ ਇੰਜ ਨਹੀਂ ਹੋ ਸਕਦਾ, ਸੁਰਾਹੀ 'ਚ ਕਦੇ ਵੀ ਸਮੁੰਦਰ ਨਹੀਂ ਆ ਸਕਦਾ। ਤਾਂ ਬੱਚਾ ਉਸ ਸੁਰਾਹੀ ਨੂੰ ਸਮੁੰਦਰ 'ਚ ਸੁੱਟ ਦਿੰਦਾ ਤੇ ਕਹਿੰਦਾ ਕਿ ਚੰਗਾ ਸਮੁੰਦਰਾ, ਜੇ ਤੂੰ ਇਸ 'ਚ ਨਹੀਂ ਆ ਸਕਦਾ ਤਾਂ ਨਾ ਸੇ, ਇਹ ਤਾਂ ਤੇਰੇ 'ਚ ਆ ਸਕਦੀ ਹੈ। ਇਹ ਸੁਣਦੇ ਹੀ ਸਾਧੂ ਰੋਣ ਲੱਗ ਪੈਂਦਾ ਹੈ, ਜਿਵੇਂ ਉਸ ਨੂੰ ਅੱਜ ਦੁਨੀਆ ਦਾ ਸਭ ਤੋਂ ਅਨਮੋਲ ਗਿਆਨ ਮਿਲ ਗਿਆ ਹੋਵੇ ਕਿ ਅਸੀਂ ਜਿਸ ਨੂੰ ਭਾਲਦੇ ਹਾਂ, ਲੱਭਦੇ ਹਾਂ,
ਉਸ ਨੂੰ ਪੂਰਾ ਤਾਂ ਨਹੀਂ ਜਾਣਿਆ ਜਾ ਸਕਦਾ, ਕਿਉਂਕਿ ਸਾਡਾ ਭਾਂਡਾ ਛੋਟਾ ਹੈ। ਅਸੀਂ ਬਹੁਤ ਛੋਟੇ ਜੀਵ ਹਾਂ, ਨਿੱਕੇ ਹਾਂ, ਪਰ ਨਿੱਕੇ ਹੋ ਕੇ ਵੀ ਅਸੀਂ ਪੂਰੇ ਦੇ ਪੂਰੇ ਉਸ ਅੰਦਰ ਸਮਾ ਸਕਦੇ ਹਾਂ, ਆਪਣੇ ਆਪ ਨੂੰ ਅਕਾਲ ਪੁਰਖ ਨਾਲ ਭਰ ਸਕਦੇ ਹਾਂ। ਸੋ ਅੰਤ ਭਾਵੇਂ ਮਿਲੇ ਜਾਂ ਨਾ ਮਿਲੇ, ਜਿਉਂ-ਜਿਉਂ ਅਸੀਂ ਉਸ ਬਾਰੇ ਪੜਾਂਗੇ, ਜਾਣਾਂਗੇ, ਸਮਝਾਂਗੇ, ਅਸੀਂ ਹੋਰ ਉਸ ਦੇ ਅੰਮ੍ਰਿਤ ਨਾਮ ਨਾਲ ਭਰਦੇ ਜਾਵਾਂਗੇ। ਇੱਕ ਦਿਨ ਉਹ ਭਾਂਡਾ ਬਚੇਗਾ ਹੀ ਨਹੀਂ, ਉਹ ਵੀ ਉਸ ਅੰਦਰ ਸਮਾ ਕੇ ਉਸ ਦਾ ਹੀ ਰੂਪ ਹੋ ਜਾਏਗਾ। ਅਤੇ ਉਸ ਦਾ ਰੂਪ ਹੋ ਕੇ ਵੀ ਇਹ ਮਨ ਫਿਰ ਇਹੀ ਕਹੇਗਾ ਕਿ ਮੈਂ ਜਿਸ ਦਾ ਹਿੱਸਾ ਹੋਇਆ ਹਾਂ ਉਹ ਬਹੁਤ ਮਹਾਨ ਹੈ, ਬੇਅੰਤ ਹੈ, ਉਸ ਦਾ ਕੋਈ ਹੱਦ ਬੰਨਾ ਨਹੀਂ, ਉਸ ਦਾ ਕੋਈ ਅੰਤ ਨਹੀਂ ਜਾਣ ਸਕਦਾ। ਉਹ ਬੇਅੰਤ ਹੈ, ਉਹ ਅਗੰਮ ਹੈ, ਉਹ ਅਗੋਚਰ ਹੈ। ਜਿਵੇਂ ਕਿ ਗੁਰੂ ਸਾਹਿਬ ਇਸ ਤੋਂ ਅੰਦਰ ਫਰਮਾਉਂਦੇ ਹਨ ਕਿ ਹੇ ਅਕਾਲ ਪੁਰਖ ਜੀਓ, ਤੂੰ ਸਦਾ ਅਪਹੁੰਚ ਹੈ, ਅਗੋਚਰ ਹੈ। ਕਿਸੇ ਜੀਵ ਨੇ ਨਾ ਤੇਰਾ ਅੰਤ ਪਾਇਆ, ਨਾ ਤੇਰੇ ਗੁਣਾਂ ਦਾ ਕਿਸੇ ਨੇ ਅੰਤ ਲੱਭਿਆ। ਹੇ ਸਿਰਜਣਹਾਰ ਦਾਤਾਰ ਜੀਓ, ਤੁਸੀਂ ਮਹਾਨ ਹੋ, ਬੇਮਿਸਾਲ ਹੋ, ਅਗੰਮ ਹੋ, ਅਜੂਨੀ ਹੋ, ਅਕਾਲ ਹੋ, ਸੈਭੰਗ ਹੋ, ਅਗੋਚਰ ਹੋ। ਤੁਹਾਡੇ ਜਿਹਾ ਕੋਈ ਨਹੀਂ। ਤੁਸੀਂ ਸਭ ਤੋਂ ਨਿਆਰੇ ਹੋ, ਸਭ ਤੋਂ ਪਿਆਰੇ ਹੋ, ਸਭ ਦੇ ਦਾਤੇ ਹੋ, ਸਭ ਦੇ ਰਾਖੇ ਹੋ। ਇਹ ਗੁਰੂ ਪਿਆਰੋ ਆਨੰਦ ਦਾ 12ਵਾਂ ਪੜਾਅ ਹੈ। ਸੋ ਇਹ ਸੀ 12ਵੀਂ ਪੌੜੀ ਦੇ ਸੰਖੇਪ ਵਿਚਾਰ। ਗੁਰੂ ਪਿਆਰੋ, ਸਾਨੂੰ ਕਦੇ ਕਦੇ ਲੱਗਦਾ ਕਿ ਅਸੀਂ ਬਹੁਤ ਕੁਝ ਜਾਣਦੇ ਹਾਂ, ਸਾਨੂੰ ਬਹੁਤ ਗਿਆਨ ਹੈ, ਪਰ ਸਾਡਾ ਗਿਆਨ ਇੰਜੇ ਜਿਵੇਂ ਹੈ ਧਰਤੀ। ਜਿਵੇਂ ਧਰਤੀ ਬਹੁਤ ਵੱਡੀ ਹੈ, ਜੋ ਕਿ ਸਾਡੇ ਲਈ ਬੜੀ ਵੱਡੀ ਹੈ, ਪਰ ਜਦ ਇਸ ਹੀ ਧਰਤੀ ਨੂੰ ਦੂਰ ਕਿਸੇ ਤਾਰੇ ਤੋਂ ਦੇਖਿਆ ਜਾਏ ਤਾਂ ਇਹ ਵੀ ਨਿੱਕਾ ਜਿਹਾ ਤਾਰਾ ਹੀ ਲੱਗਦੀ ਹੈ। ਜੇ ਉਸ ਤੋਂ ਵੀ ਦੂਰ ਜਾਇਆ ਜਾਏ ਤਾਂ ਇਹ ਨਜ਼ਰ ਹੀ ਨਹੀਂ ਆਉਂਦੀ, ਇਹ ਤਾਰਿਆਂ ਅੰਦਰ ਕਿਤੇ ਗੁੰਮ ਹੋ ਜਾਂਦੀ ਹੈ। ਸੋ ਸਾਡਾ ਗਿਆਨ, ਸਾਡੇ ਗੁਣ ਭਾਵੇਂ ਬਹੁਤ ਨੇ, ਪਰ ਉਸ ਅਕਾਲ ਪੁਰਖ ਦੇ ਅੱਗੇ ਇਹ ਕੁਝ ਵੀ ਨਹੀਂ। ਇਹ ਤਾਂ ਨਾ ਮਾਤਰ ਜੇ ਗੁਣ ਹਨ। ਉਸ ਦੇ ਗੁਣਾਂ ਦੇ ਸਾਹਮਣੇ ਅਸੀਂ ਬਹੁਤ ਬੋਣੇ ਹਾਂ। ਉਹ ਅਕਾਲ ਹੈ, ਅਸੀਂ ਕਾਲ 'ਚ। ਉਹ ਅਜੂਨੀ ਹੈ, ਅਸੀਂ ਜੂਨਾ 'ਚ। ਉਹ ਸਹਿਬੰਗ ਹੈ, ਸਾਨੂੰ ਕਿਸੇ ਨੇ ਜਨਮ ਦਿੱਤਾ। ਉਹ ਅਗੰਮ ਹੈ, ਉਹ ਅਗੋਚਰ ਹੈ, ਜਿਸ ਦਾ ਕਦੇ ਵੀ ਅੰਤ ਨਹੀਂ ਪਾਇਆ ਜਾ ਸਕਦਾ। ਨਾ ਉਸ ਦੀ ਕੁਦਰਤ ਦਾ ਕੋਈ ਅੰਤ ਪਾ ਸਕਦਾ ਹੈ, ਨਾ ਅਕਾਲ ਪੁਰਖ ਦਾ। ਉਹ ਕਿੰਨਾ ਮਹਾਨ ਹੈ, ਉਹ ਸਿਰਫ ਆਪ ਹੀ ਜਾਣਦਾ ਹੈ, ਹੋਰ ਕੋਈ ਇਸ ਬਾਰੇ ਨਹੀਂ ਜਾਣਦਾ। ਤਾਂ ਅੰਤ 'ਚ ਇਸ ਵਿਚਾਰ ਦੌਰਾਨ ਹੋਈਆਂ ਸਭ ਗਲਤੀਆਂ ਦੀ ਮੈਂ ਮਾਫੀ ਚਾਹੁੰਦਾ ਅਤੇ ਅੱਗੇ ਤੋਂ ਹੋਰ ਚੰਗੀ ਤਰ੍ਹਾਂ ਗੁਰਬਾਣੀ ਦੀ ਵਿਚਾਰ ਹੋ ਸਕੇ, ਇਹੋ ਜੀ ਅਸੀਸ ਗੁਰੂ ਪਾਤਸ਼ਾਹ ਪਾਸੋਂ ਮੰਗਦਾ। ਅਤੇ ਇਸ ਵਿਚਾਰ ਲਈ, ਬਾਣੇ ਲਈ, ਸਿੱਖਿਆਵਾਂ ਲਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ ਹੈ। ਅਤੇ ਇਸ ਵਿਚਾਰ ਨੂੰ ਸੁਣਨ ਲਈ ਆਪ ਸਭ ਗੁਰੂ ਪਿਆਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।